ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ। ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ। ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੰਗਮ ਸਾਧੇ। ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁਧ ਬਾਧੇ। ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਭਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਸਾਡਾ ਜਿਹੜਾ ਜੀਵਨ ਹੈ ਇਹਦੇ ਦੋ ਪੱਖ ਹਨ। ਇੱਕ ਸਾਡਾ ਸਰੀਰ ਹੈ, ਇੱਕ ਸਾਡੀ ਆਤਮਾ ਹੈ। ਸਰੀਰਕ ਜੀਵਨ ਵਾਸਤੇ ਸਾਨੂੰ ਭੋਜਨ ਦੀ ਲੋੜ ਹੈ, ਪਦਾਰਥ ਦੀ ਲੋੜ ਹੈ। ਔਰ ਆਤਮਿਕ ਜੀਵਨ ਵਾਸਤੇ ਪਰਮਾਤਮਾ ਦੀ ਬੰਦਗੀ ਦੀ ਭਜਨ ਦੀ ਲੋੜ ਹੈ। ਸਰੀਰਕ ਜੀਵਨ ਵਿੱਚ ਜੇਕਰ ਮਨੁੱਖ ਭੋਜਨ ਦਾ ਤਿਆਗ ਕਰ ਦੇਵੇ ਅਤੇ ਅੰਨ ਪਾਣੀ ਨੂੰ ਛੱਡ ਕੇ ਹੋਰ ਵਸਤੂਆਂ ਨੂੰ ਖਾਣ ਲੱਗ ਜਾਵੇ, ਜਿਵੇਂ ਮਿੱਟੀ ਖਾਣ ਲੱਗ ਜਾਵੇ, ਰਾਖ ਖਾਣ ਲੱਗ ਜਾਵੇ, ਰੋੜੀਆਂ ਕੰਕਰ ਖਾਣ ਲੱਗ ਜਾਵੇ, ਤਾਂ ਇਹ ਬਹੁਤਾ ਸਮਾਂ ਜੀਵਦਾ ਨਹੀਂ ਰਹੇਗਾ। ਬਹੁਤ ਭਾਰੀ ਦੁੱਖ ਹੋਵੇਗਾ ਇਸ ਨੂੰ। ਸਰੀਰਕ ਜੀਵਨ ਵਾਸਤੇ ਭੋਜਨ ਦੀ ਸਹੀ ਚੋਣ ਹੋਣੀ ਚਾਹੀਦੀ ਹੈ, ਔਰ ਉਹਦੀ ਮਾਤਰਾ ਵੀ ਸਹੀ ਹੋਣੀ ਚਾਹੀਦੀ ਹੈ। ਫਿਰ ਇਹ ਜੀਵ ਸਰੀਰਕ ਜੀਵਨ ਦਾ ਸੁੱਖ ਲੈਂਦਾ ਹੈ। ਇਸੇ ਤਰ੍ਹਾਂ ਸਾਡੀ ਆਤਮਾ ਵਾਸਤੇ ਭਜਨ ਦੀ ਲੋੜ ਹੈ, ਬੰਦਗੀ ਦੀ ਲੋੜ ਹੈ। ਜੇਕਰ ਮਨੁੱਖ ਰੱਬ ਦੀ ਬੰਦਗੀ ਛੱਡ ਕੇ ਮੜੀਆਂ ਮੱਟੀਆਂ ਨੂੰ, ਕਬਰਾਂ ਨੂੰ ਪੂਜਣ ਲੱਗ ਜਾਵੇ, ਤਾਂ ਇਹ ਆਤਮਿਕ ਤੌਰ 'ਤੇ ਪੀੜਤ ਹੁੰਦਾ ਹੈ, ਆਤਮਿਕ ਤੌਰ 'ਤੇ ਦੁਖੀ ਹੁੰਦਾ ਹੈ। ਕਿਉਂਕਿ ਜਿਵੇਂ ਸਾਡੇ ਸਰੀਰ ਦੀ ਲੋੜ ਭੋਜਨ ਹੈ, ਸਾਡੇ ਤ੍ਰੈ ਮਨ ਦਿਹੁਰੀ ਚੱਲੈ ਪਾਣੀ ਅੰਨ। ਇਹ ਦੇਹੀ ਅੰਨ ਪਾਣੀ ਦੇ ਆਸਰੇ ਚੱਲਦੀ ਹੈ। ਇਹਨੂੰ ਆਪਾਂ ਡੀਜ਼ਲ ਨਾਲ, ਪੈਟਰੋਲ ਨਾਲ ਨਹੀਂ ਚਲਾ ਸਕਦੇ, ਭਾਵੇਂ ਉਹ ਵੀ ਲਿਕਵਿਡ ਪਦਾਰਥ ਹੈ।
ਉਹ ਪਾਣੀ ਦੀ ਬਰਾਬਰੀ ਨਹੀਂ ਕਰ ਸਕਦਾ। ਆਪਾਂ ਕਹੀਏ ਜਿਵੇਂ ਅਸੀਂ ਪਾਣੀ ਪੀਂਦੇ ਹਾਂ, ਐਵੇਂ ਪੈਟਰੋਲ ਪੀ ਲਈਏ, ਡੀਜ਼ਲ ਪੀ ਲਈਏ ਜਾਂ ਸਰੋਂ ਦਾ ਤੇਲ ਪੀ ਲਈਏ ਤਾਂ ਉਹਦੇ ਨਾਲ ਸਾਡਾ ਤਨ ਦੁਖੀ ਹੋਵੇਗਾ, ਰੋਗ ਲੱਗ ਜਾਣਗੇ, ਬੜੀ ਛੇਤੀ ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰਕੇ ਅਸੀਂ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਨਾ ਹੈ, ਪਰ ਜੇ ਵਿਸ਼ੇ ਵਿਕਾਰਾਂ ਦੇ ਰਸ ਵਿੱਚ ਰਹੇ ਤਾਂ ਖਚਤ ਹੋ ਜਾਵਾਂਗੇ, ਖੁਆਰ ਹੋਵਾਂਗੇ। ਜਿਹੜੇ ਮਨੁੱਖ ਨੇ ਵੀ ਵਾਹਿਗੁਰੂ ਦੇ ਨਾਮ ਰਸ ਨੂੰ ਛੱਡ ਕੇ ਦੁਨੀਆ ਦੇ ਰਸਾਂ ਨੂੰ ਭੋਗਿਆ, ਉਹ ਇਸ ਤਰ੍ਹਾਂ ਦੁਖੀ ਹੋਇਆ ਜਿਵੇਂ ਕੋਈ ਮਨੁੱਖ ਪਾਣੀ ਨੂੰ ਛੱਡ ਕੇ ਪੈਟਰੋਲ ਪੀ ਲਵੇ, ਡੀਜ਼ਲ ਪੀ ਲਵੇ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਜਿਨ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ। ਜਿਨ੍ਹਾਂ ਨੇ ਭਾਈ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਨਹੀਂ ਕੀਤਾ, ਜਿਨ੍ਹਾਂ ਦੀ ਆਤਮਾ ਨਾਮ ਰਸ ਵਿੱਚ ਨਹੀਂ ਭਿੱਜੀ, ਮਹਾਰਾਜ ਕਹਿੰਦੇ ਉਹ ਤਾਂ ਭਾਈ ਜਮਾਂ ਦੇ ਵੱਸ ਪੈ ਗਏ। ਭਾਵ ਉਹਨਾਂ ਨੂੰ ਭਾਰੀ ਦੁੱਖ ਝੱਲਣਾ ਪੈ ਗਿਆ, ਜਿਵੇਂ ਕੋਈ ਪਾਣੀ ਨੂੰ ਛੱਡ ਕੇ ਹੋਰ ਕੋਈ ਲੀਕਵਿਡ ਪਦਾਰਥ ਪੀ ਲਵੇ, ਡੀਜ਼ਲ ਪੀ ਲਵੇ, ਪੈਟਰੋਲ ਪੀ ਲਵੇ, ਸਰੋਂ ਦਾ ਤੇਲ ਪੀਣ ਲੱਗ ਜਾਵੇ। ਤਾਂ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਨਾਮ ਰਸ ਨੂੰ ਛੱਡ ਕੇ ਦੁਨੀਆ ਦੇ ਰਸਾਂ ਨੂੰ ਹੀ ਭੋਗਣ ਲੱਗ ਜਾਵੇ, ਉਹ ਫਿਰ ਖੁਆਰ ਹੁੰਦੀ, ਉਹ ਆਤਮਾ ਦੁਖੀ ਰਹਿੰਦੀ ਹੈ, ਭਟਕਦੀ ਰਹਿੰਦੀ ਹੈ। ਪਾਵਨ ਸ਼ਬਦ ਜੋ ਵਿਚਾਰ ਅਧੀਨ ਹੈ, ਇਹਦੇ ਵਿੱਚ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਧਰਮ ਦੇ ਕਰਮ ਵੀ ਉਹ ਕਰਨੇ ਨੇ ਜਿਨ੍ਹਾਂ ਦੁਆਰਾ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਵੇ। ਜਿਨ੍ਹਾਂ ਦੇ ਵਿੱਚੋਂ ਸਾਨੂੰ ਰੱਬ ਦੀ ਪ੍ਰਾਪਤੀ ਨਹੀਂ, ਉਹ ਧਰਮ ਦੇ ਕਰਮ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਵਿੱਚ ਉਹਨਾਂ ਸਾਰੇ ਇਸ ਤਰ੍ਹਾਂ ਦੇ ਕਰਮ ਕਾਂਡਾਂ ਨੂੰ ਨਿਖੇਧ ਕਰਦੇ ਨੇ, ਜਿਨ੍ਹਾਂ ਨੂੰ ਕਰਨ ਦੇ ਨਾਲ ਮਨੁੱਖ ਦੇ ਅੰਦਰ ਹੋਰ ਹਉਮੈ ਆ ਜਾਂਦੀ ਹੈ। ਸੋ ਆਓ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ 641 ਅਤੇ 642 ਅੰਗ 'ਤੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਪਿਆਰ ਨਾਲ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਠ ਰਾਗਣੀ ਦੇ ਵਿੱਚ ਪੰਚਮ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਔਰ ਅਸ਼ਟਪਦੀਆਂ ਦੇ ਰੂਪ ਵਿੱਚ ਹੈ। ਦੂਜੇ ਘਰ ਵਿੱਚ ਇਸ ਨੂੰ ਗਾਉਣ ਦਾ ਮਹਾਰਾਜ ਜੀ ਹੁਕਮ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ। ਓੰਕਾਰ ਜੋ ਸਾਰੇ ਪਸਰਿਆ ਹੋਇਆ ਸਾਰਿਆਂ ਦਾ ਮੂਲ ਹੈ, ਉਹ ਇੱਕੋ ਹੈ। ਜਿਵੇਂ ਇੱਕ ਬੀਜ ਤੋਂ ਕਿੱਡਾ ਵੱਡਾ ਦਰਖਤ ਬਣ ਜਾਂਦਾ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਜੈਸੇ ਬਟ ਬੀਜਤ ਸੁਖਮ ਸਰੂਪ ਹੋਏ ਬੋਏ ਸੇ ਵਿਵਧ ਕਰੈ ਬਿਰਖਾ ਵਿਸਤਾਰ ਜੀ। ਬਰੋਟੇ ਦਾ ਬੀਜ ਬਿਲਕੁਲ ਨਿੱਘਾ ਜਿਹਾ ਹੁੰਦਾ ਹੈ, ਸਰੋਂ ਦੇ ਦਾਣੇ ਤੋਂ ਵੀ ਬਰੀਕ ਹੁੰਦਾ ਹੈ, ਪਰ ਕਿੱਡਾ ਵੱਡਾ ਉਹਦੇ ਵਿੱਚੋਂ ਬਰੋਟਾ ਪੈਦਾ ਹੁੰਦਾ ਹੈ। ਉਹਦੇ ਨਾਲ ਕਿੰਨੀਆਂ ਅੱਗੇ ਗੋਲਾਂ ਲੱਗਦੀਆਂ ਨੇ, ਕਿੰਨੇ ਉਹਨਾਂ ਵਿੱਚ ਬੀਜ, ਉਸ ਤੋਂ ਅੱਗੇ ਫਿਰ ਕਿੰਨਾ ਹੋਰ ਬਰੋਟੇ ਪੈਦਾ ਹੋ ਜਾਂਦੇ ਨੇ। ਇੱਕੋ ਨਿੱਕੇ ਜਿਹੇ ਬੀਜ ਤੋਂ ਕਿੰਨਾ ਵੱਡਾ ਖਲਾਰਾ ਖਿਲਰ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਨਿਰੰਕਾਰ ਸਾਰਿਆਂ ਦਾ ਬੀਜ ਹੈ, ਮੂਲ ਹੈ, ਔਰ ਉਹਦੇ ਤੋਂ ਇਹ ਸਾਰਾ ਕੁਝ ਪੈਦਾ ਹੋਇਆ ਹੈ। ਓੰਕਾਰ ਬ੍ਰਹਮਾ ਉਤਪਤ। ਓੰਕਾਰ ਕੀਆ ਜਿਨ ਚਿਤ। ਓੰਕਾਰ ਸੈਲ ਜੁਗ ਭੇ। ਓੰਕਾਰ ਵੇਦ ਨਿਰਮਯ। ਕਿੰਨਾ ਕੁਝ ਸਾਰਾ ਓੰਕਾਰ ਦਾ ਪਸਾਰਾ। ਉਹ ਕੇਵਲ ਇੱਕੋ ਹੈ।
ਮਹਾਰਾਜ ਉਸ ਵਾਹਿਗੁਰੂ ਪਰਮਾਤਮਾ ਨਾਲ ਜੁੜਨਾ ਹੈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਜੁੜਨ ਦਾ ਤਰੀਕਾ, ਉਸ ਦੀ ਪ੍ਰਾਪਤੀ ਦਾ ਤਰੀਕਾ ਕੀ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਰੱਬ ਮਿਲੇਗਾ। ਰੱਬ ਨੂੰ ਮਿਲਣਾ ਮਨੁੱਖ ਜੀਵਨ ਦਾ ਲਕਸ਼ ਹੈ। ਉਹ ਲਕਸ਼ ਕਿਵੇਂ ਪ੍ਰਾਪਤ ਹੋਵੇ? ਤਾਂ ਉਹ ਲਕਸ਼ ਦੀ ਪ੍ਰਾਪਤੀ ਹੈ ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀ ਬਖਸ਼ਿਸ਼। ਸਤਿਗੁਰੂ ਦੀ ਬਖਸ਼ਿਸ਼ ਮਿਲੇਗੀ ਸਤਿਗੁਰੂ ਦੇ ਹੁਕਮ ਨੂੰ ਮੰਨਣ ਦੇ ਨਾਲ। ਇਸ ਤੋਂ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਪਾਠ ਠੱਠੇ ਨੂੰ ਔਂਕੜ ਲੱਗਾ ਹੈ। ਇਹਦਾ ਭਾਵ ਹੈ ਜਿਹੜੇ 9 ਪ੍ਰਕਾਰ ਦੇ ਵਿਆਕਰਨ ਸੰਸਾਰ ਵਿੱਚ ਮੰਨੇ ਗਏ ਨੇ, ਵਿਆਕਰਣ ਦੇ ਅਨੁਸਾਰ ਵੇਦਾਂ ਨੂੰ ਪੜ੍ਹਨਾ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਬੜੀ ਵੱਡੀ ਗੱਲ ਹੈ। ਵਿਆਕਰਣ ਦੇ ਅਨੁਸਾਰ ਗੁਰਬਾਣੀ ਨੂੰ ਪੜ੍ਹੀਏ। ਮਹਾਰਾਜ ਕਹਿੰਦੇ ਵਿਆਕਰਣ ਦੇ ਅਨੁਸਾਰ ਪਾਠ ਪੜ੍ਹਿਓ, ਪਾਠ ਸਿੱਖਿਆ ਵੇਦਾਂ ਦਾ, ਧਾਰਮਿਕ ਗ੍ਰੰਥਾਂ ਦਾ, ਵਿਆਕਰਣ ਦੇ ਅਨੁਸਾਰ ਮਰਿਆਦਾ ਦੇ ਵਿੱਚ ਰਹਿ ਕੇ, ਅਤੇ ਵੇਦਾਂ ਦੀ ਵਿਚਾਰ ਵੀ ਕੀਤੀ। ਭਾਵ ਵੇਦਾਂ ਦੀ ਕਥਾ ਸਿੱਖੀ, ਵੇਦਾਂ ਨੂੰ ਵਿਚਾਰਿਆ। ਨਿਵਲ ਭੁਯੰਗਮ ਸਾਧੇ, ਨਿਵਲ ਜੋਗੀਆਂ ਦਾ ਇੱਕ ਕਰਮ ਹੈ। ਜਦੋਂ ਜੋਗੀ ਸਵੇਰੇ ਉੱਠਦੇ ਨੇ, ਗੋਡਿਆਂ ਦੇ ਭਾਰ ਹੋ ਕੇ ਆਪਣੇ ਦੋਵੇਂ ਹੱਥ ਗੋਡਿਆਂ 'ਤੇ ਰੱਖ ਕੇ ਪੇਟ ਨੂੰ ਘੁਮਾਉਂਦੇ ਨੇ, ਉਹਨੂੰ ਨਿਵਲ ਕਿਰਿਆ ਕਿਹਾ ਜਾਂਦਾ ਹੈ। ਭੁਯੰਗਮ ਸਾਡੀ ਜਿਹੜੀ ਰੀੜ੍ਹ ਦੀ ਹੱਡੀ ਹੈ ਨਾ, ਇਹ ਸਾਡੇ ਮਲ ਦੁਆਰ ਤੋਂ ਇੱਥੋਂ ਇੱਕ ਨਾੜੀ ਉੱਪਰ ਜਾਂਦੀ ਦਸਮ ਦੁਆਰ ਦੇ ਵਿੱਚ, ਉਹਨੂੰ ਕਿਹਾ ਗਿਆ ਹੈ ਭੁਯੰਗਮ ਨਾੜੀ ਕਿਹਾ ਗਿਆ ਹੈ। ਉਹਨੂੰ ਸੁਖਸ਼ੁਨਾ ਨਾੜੀ ਵੀ ਕਿਹਾ ਗਿਆ ਹੈ। ਭੁਯੰਗਮ ਤਾਂ ਕਿਹਾ ਗਿਆ, ਉਹ ਸੱਪ ਦੀ ਤਰ੍ਹਾਂ ਟੇਢੀ ਹੈ, ਕੁੰਡਲਨੀ ਮਾਰ ਕੇ ਬੈਠੀ ਹੋਈ ਹੈ ਥੱਲੇ। ਤਾਂ ਯੋਗ ਸਾਧਨਾ ਦੁਆਰਾ ਉਸ ਨਾੜੀ ਨੂੰ ਜੋਗੀ ਚੇਤਨ ਅਵਸਥਾ ਵਿੱਚ ਲਿਆਉਂਦੇ ਨੇ। ਉਹ ਨਾੜੀ ਫਿਰ ਉਹਦੇ ਦੁਆਰਾ ਉਹ ਸਵਾਸ ਦਸਮ ਦੁਆਰ ਦੇ ਵਿੱਚ ਲੈ ਜਾਂਦੇ ਨੇ। ਦਸਮ ਦੁਆਰ ਦੇ ਵਿੱਚ ਜਦੋਂ ਯੋਗ ਕਿਰਿਆ ਦੁਆਰਾ ਉੱਥੇ ਉਹ ਪਹੁੰਚਦਾ ਜੋਗੀ, ਤਾਂ ਫਿਰ ਉੱਥੇ ਉਹਨੂੰ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ। ਉਹਦੇ ਵਿੱਚ ਬੈਠਾ ਜੋਗੀ ਕਈ ਦਿਨ ਭੋ ਰੋਟੀ ਵੀ ਨਹੀਂ ਖਾਂਦਾ, ਅੰਨ ਪਾਣੀ ਦੀ ਉੱਥੇ ਲੋੜ ਨਹੀਂ ਰਹਿ ਜਾਂਦੀ। ਉਸ ਰਸ ਦੇ ਨਾਲ ਹੀ ਉਹ ਜੀਵਨ ਚੱਲੀ ਜਾਂਦਾ ਹੈ। ਔਰ ਇਹ ਬੜੀ ਡੂੰਘੀ ਯੋਗ ਦੀ ਕਿਰਿਆ ਹੈ, ਸੁਖਸ਼ੁਨਾ ਨਾੜੀ ਨੂੰ ਜਗਾਉਣਾ। ਇੱਕ ਤਾਂ ਉਹ ਤਰੀਕਾ ਹੈ ਸੁਖਸ਼ੁਨਾ ਨਾੜੀ ਨੂੰ ਜਗਾਉਣ ਦਾ ਯੋਗ ਸਾਧਨਾ ਦੁਆਰਾ। ਉਹਦੇ ਵਿੱਚ ਪਰ ਇੰਨਾ ਹੁੰਦਾ ਹੈ, ਜਦੋਂ ਤੱਕ ਜੋਗੀ ਬੈਠਾ ਹੈ ਉਦੋਂ ਤੱਕ ਰਸ, ਜਦੋਂ ਸਵਾਸਾਂ ਨੂੰ ਉਤਾਰਿਆ ਉਹ ਫਿਰ ਸੰਸਾਰ ਵਿੱਚ ਆ ਜਾਂਦਾ ਹੈ, ਭਾਵ ਸੰਸਾਰ ਦੀ ਬਿਰਤੀ ਵਿੱਚ ਪ੍ਰਵਿਰਤ ਹੋ ਜਾਂਦਾ ਹੈ। ਵਿਸ਼ੇ ਵਿਕਾਰ ਉਦੋਂ ਤੱਕ ਜੋਗੀ ਦੇ ਉੱਤੇ ਹਾਵੀ ਨਹੀਂ ਹੁੰਦੇ ਜਦੋਂ ਤੱਕ ਉਹ ਦਸਮ ਦੁਆਰ ਵਿੱਚ ਆਪਣੇ ਸਵਾਸਾਂ ਨੂੰ ਰੋਕ ਕੇ ਬੈਠ ਜਾਂਦਾ ਹੈ। ਪਰ ਜਿਵੇਂ ਹੀ ਉਸ ਕਿਰਿਆ ਨੂੰ ਛੱਡਦਾ ਹੈ, ਦੁਨੀਆ ਦੇ ਫਿਰ ਮਾੜੇ ਫੁਰਨੇ ਕਿਰਿਆ, ਸੰਸਾਰ ਦੇ ਵਿਸ਼ੇ ਵਿਕਾਰ ਉਹਦੇ 'ਤੇ ਹਾਵੀ ਹੋ ਜਾਂਦੇ ਨੇ। ਆਪ ਸੰਗਤਾਂ ਬਾਣੀ ਪੜ੍ਹਨ ਵਾਲੇ ਹੋ, ਸਵਈਆਂ ਦੇ ਵਿੱਚ ਇੱਕ ਬਚਨ ਆਉਂਦਾ, ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ। ਉਹ ਕੁੰਡਲਨੀ ਜਿਹੜੀ ਹੈ, ਉਹ ਜਿਹੜੀ ਸੁਖਸ਼ੁਨਾ ਨਾੜੀ ਹੈ, ਜਿਹੜੀ ਭੁਯੰਗਮਾ ਨਾੜੀ ਹੈ, ਇੱਕ ਤਾਂ ਜੋਗ ਮਤ ਨਾਲ ਚੇਤਨ ਹੁੰਦੀ ਹੈ, ਜਾਗਦੀ ਹੈ। ਇੱਕ ਹੁੰਦੀ ਹੈ ਵਾਹਿਗੁਰੂ ਦੇ ਸਿਮਰਨ ਨਾਲ, ਸਤ ਸੰਗਤ ਕਰਨ ਦੇ ਨਾਲ। ਜਦੋਂ ਆਪਾਂ ਲਗਾਤਾਰ ਰੋਜ਼ ਅਭਿਆਸ ਕਰਾਂਗੇ, 2-4 ਘੰਟੇ 5-7 ਘੰਟੇ ਧਿਆਨ ਜੋੜਾਂਗੇ ਔਰ ਬੜੇ ਸਹਿਜ ਨਾਲ ਵਾਹਿਗੁਰੂ ਵਾਹਿਗੁਰੂ, ਔਰ ਜਿਵੇਂ ਜਿਵੇਂ ਇਹਦਾ ਅਭਿਆਸ ਕਰਾਂਗੇ ਉਹ ਜਿਹੜੀ ਹੈ ਸਾਡੀ ਭੁਯੰਗਮਾ ਨਾੜੀ ਜਾਗ ਜਾਂਦੀ ਹੈ। ਸਿਮਰਨ ਨਾਲ ਜਾਗੀ ਹੋਈ ਉਹ ਨਾੜੀ ਕਦੇ ਫਿਰ ਸੌਂਦੀ ਨਹੀਂ ਹੈ, ਉਹ ਚੇਤਨਾ ਕਦੇ ਸੌਂਦੀ ਨਹੀਂ। ਫਿਰ ਗੁਰਮੁਖ ਦਾ ਹਰ ਸਮੇਂ ਧਿਆਨ ਪਾਰ ਬ੍ਰਹਮ ਵਿੱਚ ਰਹਿੰਦਾ ਹੈ।
ਸੁੱਤਾ ਹੋਵੇ ਜਾਗਦਾ ਹੋਵੇ ਕੋਈ ਕੰਮ ਕਰਦਾ ਹੋਵੇ ਉਹਦੇ ਤੇ ਫਿਰ ਕੋਈ ਮਾੜਾ ਫੁਰਨਾ ਅਸਰ ਨਹੀਂ ਕਰਦਾ। ਜੋਗੀ ਨੇ ਜਗਾਈ ਜ਼ਰੂਰ ਹੈ ਯੋਗ ਸਾਧਨਾ ਦੇ ਦੁਆਰਾ, ਪਰ ਉਹਦਾ ਹੁੰਦਾ ਕੀ ਹੈ ਕਿ ਉਹ ਜਦੋਂ ਧਿਆਨ ਨੂੰ ਛੱਡਿਆ, ਸਵਾਸਾਂ ਨੂੰ ਛੱਡਿਆ, ਉਹ ਫਿਰ ਮਾੜੇ ਫੁਰਨੇ ਜੋਗੀ ਆਪਾਂ ਵੇਖਦੇ ਹਾਂ। ਜੋਗੀ ਫਿਰ ਡੋਲ ਜਾਂਦੇ ਨੇ, ਵੱਡੇ ਵੱਡੇ ਮਸ਼ਿੰਦਰ ਨਾਥ ਵਰਗੇ ਜੋਗੀ ਡੋਲ ਗਏ। ਕਾਰਨ ਦਸਮ ਦੁਆਰ ਵਿੱਚੋਂ ਜਦੋਂ ਪ੍ਰਾਣਾਂ ਨੂੰ ਥੱਲੇ ਲਾਇਆ ਤਾਂ ਫਿਰ ਉਹ ਸੰਸਾਰ ਦੀ ਕਿਰਿਆ ਵਿੱਚ ਹੀ ਆ ਗਏ। ਪਰ ਜਿਹੜਾ ਸਿਮਰਨ ਦੁਆਰਾ ਉਸ ਅਵਸਥਾ ਵਿੱਚ ਪਹੁੰਚਣਾ ਹੈ ਉਹ ਫਿਰ ਕਦੇ ਵੀ ਮਨ ਮਾੜੇ ਪਾਸੇ ਨਹੀਂ ਜਾਂਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬੜੇ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਵਿਆਕਰਣ ਦੇ ਅਨੁਸਾਰ ਗ੍ਰੰਥ ਪੜ੍ਹੇ, ਵੇਦਾਂ ਨੂੰ ਵਿਚਾਰਿਆ, ਔਰ ਯੋਗ ਸਾਧਨਾ ਵਾਲਿਆਂ ਨੇ ਨਿਵਲ ਭੁਜੰਗਮ ਸਾਧੇ। ਇਹ ਆਪਣੇ ਪੇਟ ਨੂੰ ਜਿਹੜਾ ਨਿਵਲ ਦਾ ਸਾਧਨਾ ਕੀਤਾ, ਭੁਜੰਗਮ ਨਾੜੀ ਨੂੰ ਵੀ ਸਾਧਨਾ ਕੀਤਾ, ਪਰ ਅੱਗੇ ਦਾ ਫਲ ਕੀ ਹੋਇਆ? ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹਮ ਬੁੱਧ ਬਾਧੇ। ਪੰਜਾਂ ਵਿਕਾਰਾਂ ਤੋਂ ਬਚ ਨਹੀਂ ਸਕੇ। ਭਾਵੇਂ ਕੋਈ ਵੇਦਾਂ ਨੂੰ ਪੜ੍ਹਨ ਵਾਲਾ ਸੀ, ਵਿਆਕਰਣ ਦੇ ਅਨੁਸਾਰ ਵੱਡੀਆਂ ਵੱਡੀਆਂ ਡਿਗਰੀਆਂ ਵਾਲੇ ਵੀ ਡੋਲ ਜਾਂਦੇ ਨੇ, ਵਿਕਾਰੀ ਹੋ ਜਾਂਦੇ ਨੇ, ਮਾੜੇ ਪਾਸੇ ਤੁਰ ਪੈਂਦੇ ਨੇ। ਵੱਡੇ ਵੱਡੇ ਜੋਗੀ ਵੀ ਡੋਲ ਜਾਂਦੇ ਨੇ। ਪੰਜਾਂ ਵਿਕਾਰਾਂ ਨੇ ਉਹਨਾਂ ਦਾ ਸੰਗ ਨਹੀਂ ਛੱਡਿਆ। ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹਮ ਬੁੱਧ ਬਾਧੇ। ਤੇ ਨਾਲ ਵਧੇਰੇ ਹੋਮੈ ਹੋਰ ਹੋ ਗਈ ਵੀ ਮੈਂ ਤਾਂ ਵਿਆਕਰਣ ਦੇ ਅਨੁਸਾਰ ਪਾਠ ਕਰਦਾ ਹਾਂ। ਬੜੀ ਹੋਮੈ ਹੋ ਗਈ ਇਹਨਾਂ ਦੀ। ਯੋਗ ਸਾਧਨਾ ਵਾਲਿਆਂ ਨੂੰ ਯੋਗ ਦੀ ਹੋਮੈ ਹੋ ਗਈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਪਜੀ ਸਾਹਿਬ ਇਹ ਦੱਸਦੇ ਨੇ ਵੀ ਕੋਈ ਇੰਨੀ ਵੀ ਯੋਗ ਸਾਧਨਾ ਵਿੱਚ ਪਰਪੱਕ ਹੋ ਸਕਦਾ ਹੈ ਵੀ ਉਹ 4 ਯੁਗਾਂ ਜਿੰਨਾ ਲੰਮਾ ਜੀਵਨ ਜੀ ਸਕਦਾ ਹੈ। ਯੋਗ ਸਾਧਨਾ ਦੁਆਰਾ ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਇੰਨੀ ਉਮਰ 4 ਯੁਗਾਂ ਜਿੰਨੀ ਮਰਿਆ ਹੀ ਨਹੀਂ ਬੰਦਾ। ਜਿਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਧਰ ਦਮਦਮਾ ਸਾਹਿਬ ਵੱਲ ਗਏ ਹਨ, ਨਾਗੇ ਦੀ ਸਰਾਂ ਉੱਥੇ ਇੱਕ ਜੋਗੀ ਬੈਠਾ ਹੋਇਆ ਹੈ। ਬੜੀ ਉਹਦੀ ਉਮਰ ਹੋ ਗਈ। ਸਤਿਗੁਰੂ ਜੀ ਨੇ ਜਾ ਕੇ ਜਦੋਂ ਉਸ ਪਾਸੇ ਦੇ ਵਿੱਚ ਡੇਰਾ ਕੀਤਾ ਤਾਂ ਉਹਦੇ ਚੇਲਿਆਂ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਨੇ। ਬੜਾ ਨਾਂ ਸੁਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਆਪਣੇ ਉਸ ਜੋਗੀ ਨੂੰ ਗੁਰੂ ਨੂੰ ਪੁੱਛਦੇ ਨੇ, ਮਹਾਰਾਜ ਤੁਹਾਡੀ ਆਗਿਆ ਹੋਵੇ। ਬੜਾ ਨਾਂ ਸੁਣਿਆ। ਉਮਰ ਤਾਂ ਬਿਲਕੁਲ ਉਹਨਾਂ ਦੀ ਛੋਟੀ ਜੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ ਆਪ ਜੀ ਨੂੰ ਪਤਾ ਹੋਵੇਗਾ ਕੇਵਲ ਕੁੱਲ 42 ਸਾਲ ਦੀ ਮਸੀਂ। ਸਰੀਰਕ ਜੀਵਨ 42 ਸਾਲ ਦਾ ਹੈ ਸਤਿਗੁਰੂ ਪਾਤਸ਼ਾਹ ਜੀ ਦਾ। ਤਾਂ ਉਹ ਕਹਿੰਦੇ ਦਰਸ਼ਨ ਕਰਨੇ ਚਾਹੀਦੇ ਨੇ। ਆਏ, ਆ ਕੇ ਦਰਸ਼ਨ ਕੀਤੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਹੜਾ ਤੁਹਾਡਾ ਗੁਰੂ ਹੈ ਉਹ ਕੀ ਹੋ ਗਿਆ ਜੇ 5720 ਸਾਲ ਇੰਨੀ ਲੰਮੀ ਉਮਰ ਜੀ ਲਿਆ ਹੈ, ਹਜੇ ਵਿਕਾਰਾਂ ਤੋਂ ਤੇ ਮੁਕਤ ਨਹੀਂ ਹੋਇਆ, ਬੰਧਨਾਂ ਤੋਂ ਤੇ ਮੁਕਤ ਨਹੀਂ ਹੋਇਆ। 5720 ਸਾਲ ਕਿੰਨੀ ਵੱਡੀ ਉਮਰ ਹੋ ਗਈ। ਜਦੋਂ ਚੇਲਿਆਂ ਨੇ ਜਾ ਕੇ ਦੱਸਿਆ ਵੀ ਬਿਲਕੁਲ ਮਹਾਰਾਜ ਤੁਹਾਡੇ ਬਾਰੇ ਇੱਦਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਹੈ, ਜੋਗੀ ਦੇ ਹੋਸ਼ ਉੱਡ ਗਏ ਵੀ ਬਿਲਕੁਲ ਕਰੈਕਟ ਉਮਰ ਇੰਨੀ ਹੈ 5720 ਸਾਲ। ਫਿਰ ਇਹ ਜੋਗੀ ਆਇਆ ਆਪਣੇ ਚੇਲਿਆਂ ਦੇ ਨਾਲ, ਚੇਲੇ ਨੂੰ ਨਾਲ ਲੈ ਕੇ ਆਏ। ਸਤਿਗੁਰੂ ਜੀ ਕਹਿੰਦੇ ਜੋਗੀਆ ਇੰਨੀ ਲੰਮੀ ਉਮਰ ਵਧਾ ਕੇ ਦੱਸ ਕੀ ਖਟਿਆ ਹੈ। ਪਾਣਾ ਤਾਂ ਪਰਮਾਤਮਾ ਨੂੰ ਸੀ, ਪਰ ਇੰਨੀ ਲੰਮੀ ਉਮਰ ਵਿੱਚੋਂ ਦੱਸ ਤੈਨੂੰ ਪ੍ਰਾਪਤੀ ਕੀ ਹੋਈ ਹੈ? ਕੀ ਬੰਧਨਾਂ ਤੋਂ ਮੁਕਤ ਹੋ ਗਿਆ ਹੈ? ਹੰਕਾਰ ਤੇਰੇ ਅੰਦਰ ਅਜੇ ਵੀ ਹੈ ਵੀ ਮੇਰੇ ਜਿੰਨੀ ਕਿਸੇ ਦੀ ਉਮਰ ਨਹੀਂ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਯੁਗ ਚਾਰੇ ਆਰਜਾ, 4 ਯੁਗਾਂ ਜਿੰਨੀ ਲੰਮੀ ਉਮਰ ਕੋਈ ਕਰ ਸਕਦਾ ਹੈ ਪ੍ਰਾਣਾਂ ਨੂੰ ਜਾਮ ਕਰਕੇ, ਪਰ ਕੀ ਹੋਵੇਗਾ? ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕਦਾ। ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਹੋਰ ਸਗੋਂ ਹੋਮੈ ਹੋ ਗਈ ਵੀ ਮੇਰੀ ਉਮਰ ਬੜੀ ਲੰਮੀ ਹੈ। ਜਿਹੜਾ ਆਪਾਂ ਅੰਮ੍ਰਿਤਸਰ ਸੰਤੋਖਸਰ ਸਾਹਿਬ ਦੇ ਦਰਸ਼ਨ ਕਰਦੇ ਹਾਂ, 5 ਸਰੋਵਰਾਂ ਵਿੱਚੋਂ ਇੱਕ ਸਰੋਵਰ
ਇੱਥੇ ਸੰਤੋਖੇ ਨਾਮ ਦਾ ਜੋਗੀ ਪ੍ਰਗਟ ਹੋਇਆ ਹੈ। ਜਦੋਂ ਇਸ ਸਰੋਵਰ ਦੀ ਖੁਦਾਈ ਚੱਲ ਰਹੀ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ, ਇੱਕ ਵੱਡੇ ਸਾਰੇ ਮੱਠ ਦੇ ਵਿੱਚ ਉਹ ਜੋਗੀ ਬੈਠਾ ਸੀ। ਬੜਾ ਲੰਮਾ ਸਮਾਂ ਹੋ ਗਿਆ, ਉਹਨੂੰ ਪਤਾ ਹੀ ਨਹੀਂ ਕਿਹੜਾ ਯੁੱਗ ਚੱਲ ਰਿਹਾ ਹੈ। ਜਦੋਂ ਇਸ ਅਸਥਾਨ ਦੀ ਖੁਦਾਈ ਚੱਲ ਰਹੀ ਸੀ, ਮੱਠ ਨਿਕਲਿਆ। ਸਿੱਖਾਂ ਨੇ ਆ ਕੇ ਦੱਸਿਆ, ਮਹਾਰਾਜ ਇੱਕ ਬਹੁਤ ਵੱਡਾ ਮੱਠ ਵਿੱਚੋਂ ਨਿਕਲਿਆ ਧਰਤੀ ਦੇ। ਸਤਿਗੁਰੂ ਜੀ ਆਏ, ਕਹਿੰਦੇ ਵੇਖੋ ਇਹਦੇ ਵਿੱਚ ਕੀ ਦੇਖਿਆ। ਕਹਿੰਦੇ ਇੱਕ ਜੋਗੀ ਬੈਠਾ ਹੈ। ਉਸ ਮੱਠ ਦੇ ਵਿੱਚੋਂ, ਉਸ ਭਾਂਡੇ ਦੇ ਵਿੱਚੋਂ ਜੋਗੀ ਨੂੰ ਬਾਹਰ ਕੱਢਿਆ। ਉਹਦੀ ਚੰਗੀ ਤਰ੍ਹਾਂ ਕਾਫੀ ਸਮਾਂ ਲਾ ਕੇ ਸਿੱਖਾਂ ਨੇ ਮਾਲਿਸ਼ ਕੀਤੀ। ਉਹਦੇ ਪ੍ਰਾਣ ਜਾਮ ਹੋਏ ਸੀ ਨਾ, ਪ੍ਰਾਣਾਂ ਨੂੰ ਜਾਮ ਕਰਕੇ ਬੈਠਾ ਸੀ। ਤਾਂ ਉਹ ਜਦੋਂ ਹੋਸ਼ ਆਈ, ਪੁੱਛਦਾ ਹੈ ਕਿਹੜਾ ਯੁੱਗ ਚੱਲ ਰਿਹਾ ਹੈ। ਕਹਿੰਦੇ ਕਲ ਯੁੱਗ ਚੱਲ ਰਿਹਾ। ਕਹਿੰਦੇ ਬੱਲੇ ਬੱਲੇ, ਇੰਨਾ ਸਮਾਂ ਹੋ ਗਿਆ, ਸਤਿਯੁਗ ਦਾ ਬੈਠਾ ਹੋਇਆ। ਤਾਂ ਉਹ ਬਚਨ ਵਿਲਾਸ ਹੋਏ, ਪੁੱਛਿਆ। ਕਹਿੰਦਾ ਮੈਂ ਗੁਰੂ ਅਰਜਨ ਦੇਵ ਜੀ ਨੂੰ ਮਿਲਣਾ ਹੈ। ਗੁਰੂ ਅਰਜਨ ਦੇਵ ਜੀ ਸਾਹਮਣੇ ਹਨ। ਸਿੱਖਾਂ ਨੇ ਕਿਹਾ ਇਹੀ ਹਨ ਗੁਰੂ ਅਰਜਨ ਦੇਵ ਜੀ। ਕਹਿੰਦਾ ਮੈਨੂੰ ਸ਼ਰਾਪ ਹੋ ਗਿਆ ਸੀ, ਹੈ ਮੈਂ ਆਪਣੇ ਗੁਰੂ ਦੇ ਕੋਲੋਂ ਇਹ ਸਾਰਾ ਕੁਝ ਸਿੱਖਿਆ, ਯੋਗ ਸਾਧਨਾ, ਬੜੀ ਵਿੱਦਿਆ ਲਈ, ਬੜੀ ਸਾਧਨਾ ਕੀਤੀ। ਤਾਂ ਉੱਥੇ ਮੈਨੂੰ ਹੰਕਾਰ ਹੋ ਗਿਆ, ਉਹਦਾ ਸ਼ਰਾਪ ਮਿਲਿਆ ਕਿ ਜਾਂ ਤੈਨੂੰ ਹੁਣ ਇਸ ਕਰਕੇ ਲੰਮਾ ਸਮਾਂ ਬੈਠਣਾ ਪਏਗਾ, ਤੇਰਾ ਉਧਾਰ ਕਲਯੁਗ ਵਿੱਚ ਹੋਵੇਗਾ ਔਰ ਆਪ ਪਰਮਾਤਮਾ ਦਾ ਪ੍ਰਤੱਖ ਰੂਪ ਗੁਰੂ ਅਰਜਨ ਦੇਵ ਜੀ ਆਉਣਗੇ। ਉਸ ਜੋਗੀ ਦਾ ਫਿਰ ਮਹਾਰਾਜ ਜੀ ਨੇ ਉਧਾਰ ਕੀਤਾ। ਕਿੰਨਾ ਲੰਮਾ ਸਮਾਂ ਉਮਰ ਪ੍ਰਾਣਾਂ ਨੂੰ ਜਾਮ ਕਰਕੇ ਬੈਠਾ ਰਿਹਾ, ਪਰ ਮੁਕਤੀ ਜਿਹੜੀ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੋਂ ਹੀ ਮਿਲੀ। ਮਹਾਰਾਜ ਕਹਿੰਦੇ ਭਾਵੇਂ ਕੋਈ ਕਿੰਨੀ ਉਮਰ ਲੰਮੀ ਵਧਾ ਲਵੇ, ਪਰ ਇਹ ਵਕਾਰ ਨਹੀਂ ਛੱਡਦੇ। ਵਕਾਰ ਕੇਵਲ ਉਹਨੂੰ ਛੱਡਦੇ ਨੇ ਜਿਹੜਾ ਸੱਚੇ ਗੁਰੂ ਦੇ ਲੜ ਲੱਗ ਜਾਂਦਾ ਹੈ। ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮਾਂ ਅਨੇਕਾ ਹੈ ਪਿਆਰੇ। ਮੈਂ ਇਸ ਤਰ੍ਹਾਂ ਦੇ ਬੜੇ ਕਰਮ ਕੀਤੇ ਨੇ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ। ਅਨਕ ਪ੍ਰਕਾਰ ਕੀਏ ਬੋ ਜਤਨਾ, ਪੁੰਨ ਦਾਨ ਹੋਮੇ ਬੋ ਰਤਨਾ, ਸਰੀਰ ਕਟਾਏ ਹੋਮੈ ਕਾ ਰਾਤੀ, ਵਰਤ ਨੇਮ ਕਰੈ ਬੋ ਭਾਂਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਵਾਹਿਗੁਰੂ ਦਾ ਨਾਮ ਜਪ ਕੇ ਵੇਖੋ ਭਾਈ। ਮਹਾਰਾਜ ਕਹਿੰਦੇ ਵੇਖੋ ਉੱਥੇ ਜਿੰਨੇ ਕਰਮ ਲਿਖੇ ਨੇ ਉਹਨਾਂ ਨੂੰ ਕਰਨਾ ਬੜਾ ਔਖਾ ਹੈ। ਅੱਜ ਦੇ ਸਮੇਂ ਵਿੱਚ ਬੜਾ ਅਸੰਭਵ ਕੰਮ ਹੈ ਉਹ ਜਿਹੜੇ ਕੰਮ ਲਿਖੇ ਨੇ ਮਹਾਰਾਜ ਨੇ। ਜਾਪ ਤਾਪ ਗਿਆਨ ਸਭ ਧਿਆਨ, ਖਾਟ ਸ਼ਾਸਤਰ। ਆਪਾਂ ਤੇ 6 ਸ਼ਾਸਤਰਾਂ ਦੇ ਦਰਸ਼ਨ ਨਹੀਂ ਕੀਤੇ ਹੋਣੇ, 4 ਵੇਦਾਂ ਦੇ ਵੀ ਦਰਸ਼ਨ ਨਹੀਂ ਕੀਤੇ। ਪੜ੍ਹਨਾ ਤਾਂ ਦੂਰ ਦੀ ਗੱਲ ਹੈ, ਉਹਨਾਂ ਨੂੰ ਅਜੇ ਵੇਖਿਆ ਹੀ ਨਹੀਂ ਹੈ। ਤਾਂ ਇਸ ਤਰ੍ਹਾਂ ਮਹਾਰਾਜ ਉੱਥੇ ਸਾਰੇ ਲਿਖਦੇ ਨੇ, ਅਜੇ ਤਾਂ ਦਰਸ਼ਨ ਹੀ ਨਹੀਂ ਕੀਤੇ, ਫਿਰ ਉਹਨਾਂ ਨੂੰ ਪੜ੍ਹਨਾ ਹੈ, ਵਿਚਾਰਨਾ ਹੈ। ਤਾਂ ਇਸ ਤਰ੍ਹਾਂ ਦੇ ਕਰਮ ਕਰਕੇ ਵੀ ਜਿਹੜਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿਣਾ ਸਭ ਨਾਲ ਉੱਤਮ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਾਰਿਆਂ ਨਾਲ ਉੱਚਾ। ਕਿੰਨਾ ਸੌਖਾ ਕੰਮ ਦੇਤਾ ਮਹਾਰਾਜ ਸੱਚੇ ਪਾਤਸ਼ਾਹ। ਕਹਿੰਦੇ ਇੱਦਾਂ ਦੇ ਬੜੇ ਕਰਮ ਕੀਤੇ ਪਰ ਕੁਝ ਵੀ ਪ੍ਰਾਪਤੀ ਨਹੀਂ ਹੋਈ, ਰੱਬ ਮਿਲਿਆ ਨਹੀਂ। ਹਾਰ ਪਰਿਓ ਸੁਆਮੀ ਕਹਿ ਦੁਆਰੈ, ਦੀਜੈ ਬੁੱਧ ਵਿਵੇਕਾ, ਹਾਰ ਕੇ ਸੁਆਮੀ ਦੇ ਮਾਲਕ ਦੇ ਦਰ ਤੇ ਢਹਿ ਪਏ। ਵਾਹਿਗੁਰੂ ਕਿਰਪਾ ਕਰ, ਸਮਝ ਲੱਗ ਗਈ ਵਿਵੇਕ ਬੁੱਧੀ ਦੋਏ। ਵਿਵੇਕ ਬੁੱਧੀ ਦੁਆਰਾ ਹੀ ਰੱਬ ਦਾ ਸਿਮਰਨ ਕਰਾਂਗੇ ਤਾਂ ਰੱਬ ਦੀ ਪ੍ਰਾਪਤੀ ਹੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਮਹਾਰਾਜ, ਮੌਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਮੌਨੀ ਹੋ ਗਿਆ, ਕਹਿੰਦਾ ਕਿਸੇ ਨਾਲ ਗੱਲ ਨਹੀਂ ਕਰਨੀ, ਬੋਲਣ ਨਾਲ ਵਕਾਰ ਪੈਦਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਹੋ ਗਿਆ, ਤੂੰ ਮੌਨੀ ਹੋ ਗਿਆ, ਤੇਰਾ ਮਨ ਤਾਂ ਬੋਲੀ ਜਾਂਦਾ ਹੈ। ਮਨ ਆਪਣਾ ਕੰਮ ਕਰੀ ਜਾਂਦਾ, ਰਸਨਾ ਨੂੰ ਬੰਦ ਕਰ ਲਿਆ, ਪਰ ਮਨ ਬੋਲੀ ਜਾਂਦਾ। ਗੱਲ ਤਾਂ ਮਨ ਨੂੰ ਮਾਰਨ ਦੀ ਸੀ। ਜਿਵੇਂ ਪਾਤਸ਼ਾਹ ਜੀ ਦੇ ਬਾਣੀ ਵਿੱਚ ਬਚਨ ਆਉਂਦੇ ਨੇ ਕਿ ਵਰਮੀ ਮਾਰੀ ਸਾਪ ਨਾ ਮੂਆ। ਜਿਹੜਾ ਕਸੂਰ ਸੀ ਉਹ ਤਾਂ ਸੱਪ ਦਾ ਸੀ, ਆਪਾਂ ਖੁੱਡ ਨੂੰ ਕੁੱਟੀ ਜਾਈਏ, ਸੱਪ ਨੂੰ ਪਕੜੀਏ ਨਾ।
ਸੱਪ ਨੇ ਤਾਂ ਮਰਿਆ ਨਹੀਂ, ਉਹਨੇ ਜੰਗ ਮਾਰਨਾ ਹੀ ਮਾਰਨਾ ਹੈ। ਇਹ ਸਰੀਰ ਇੱਕ ਵਰਮੀ ਹੈ, ਖੁੱਡ ਹੈ, ਇਹਦੇ ਵਿੱਚ ਮਨ ਰੂਪੀ ਸੱਪ ਹੈ। ਸਰੀਰ ਨੂੰ ਪੁੱਠਾ ਲਟਕਾ ਦਈਏ, ਸਰੀਰ ਨੂੰ ਅੱਖਾਂ ਨੂੰ ਬੰਦ ਕਰ ਲਈਏ, ਰਸਨਾ ਨੂੰ ਬੰਦ ਕਰ ਲਈਏ, ਸੁਣਨਾ ਨਹੀਂ, ਕੁਝ ਖਾਣਾ ਨਹੀਂ, ਕੁਝ ਪੀਣਾ ਨਹੀਂ, ਸਰੀਰ ਨੂੰ ਕਸ਼ਟ ਦੇਣ ਦੇ ਨਾਲ ਮਨ ਰੂਪੀ ਸੱਪ ਨਹੀਂ ਮਰਦਾ। ਮਨ ਰੂਪੀ ਸੱਪ ਨੂੰ ਮਾਰਨ ਵਾਸਤੇ ਗੁਰੂ ਦਾ ਮੰਤਰ ਚਾਹੀਦਾ ਹੈ। ਤੋ ਮਹਾਰਾਜ ਕਹਿੰਦੇ ਮੌਨ ਭਿਓ ਕਰਪਾਤੀ ਰਿਓ, ਨਗਨ ਫਿਰਿਓ ਬਨ ਮਾਈ, ਮੋਨੀ ਹੋ ਗਿਆ ਕਰਪਾਤੀ, ਕਰ ਨਾਮ ਹੱਥ ਦਾ ਹੈ, ਪਾਤੀ ਨਾਮ ਭਾਂਡੇ ਦਾ ਹੈ। ਇਸ ਤਰ੍ਹਾਂ ਦੇ ਵੀ ਮੱਤ ਹਨ ਦੁਨੀਆ ਵਿੱਚ। ਸਾਧੂ ਉਹ ਕਹਿੰਦੇ ਵੀ ਅਸੀਂ ਭਾਂਡਾ ਕੋਈ ਨਹੀਂ ਰੱਖਣਾ, ਹੱਥਾਂ ਨੂੰ ਹੀ ਭਾਂਡਾ ਬਣਾ ਲਿਆ, ਕਰ ਨਾਮ ਹੱਥ ਦਾ ਹੈ, ਪਾਤੀ ਨਾਮ ਭਾਂਡੇ ਦਾ ਹੈ। ਰੋਟੀ ਦੋ ਖਾਣੀਆਂ ਹੁੰਦੀਆਂ ਨੇ, ਕਹਿੰਦੇ ਨੇ ਹੱਥ 'ਤੇ ਹੀ ਰੋਟੀਆਂ ਦੋ ਰੱਖ ਕੇ ਮਾੜੀ ਜਿਹੀ ਸਬਜ਼ੀ ਰੱਖ ਕੇ ਖਾ ਲਈ ਤੇ ਆਪਣੀ ਸਾਧਨਾ ਵਿੱਚ ਲੱਗ ਗਏ। ਕਈ ਐਸੇ ਹਨ ਉਹਨਾਂ ਨੇ ਸਰੀਰ 'ਤੇ ਕਹਿੰਦੇ ਵਸਤਰ ਹੀ ਨਹੀਂ ਪਾਣੇ, ਇਹਨੂੰ ਗੁਰਮਤ ਨੇ ਪ੍ਰਵਾਨਗੀ ਨਹੀਂ ਦਿੱਤੀ। ਪੂੰਵਰ ਤਾਪ ਗੇਰੀ ਕੇ ਬਸਰਾ, ਅਬਦਾ ਕਾ ਮਾਰਿਆ ਗ੍ਰਹਿ ਤੇ ਨਸਦਾ। ਕਿਸੇ ਨੇ ਧੂਣਾ ਤਪਾ ਲਿਆ, ਕਿਸੇ ਨੇ ਕੁਝ ਕਰ ਲਿਆ, ਕਿਸੇ ਨੇ ਕੁਝ ਕਰ ਲਿਆ। ਮਹਾਰਾਜ ਕਹਿੰਦੇ ਕਿਸੇ ਨੇ ਤਨ 'ਤੇ ਕਹਿੰਦੇ ਕੱਪੜੇ ਹੀ ਨਹੀਂ ਪਾਣੇ। ਨਗਨ ਫਿਰਿਓ ਬਨਵਾਈ, ਨਗਨ ਹੋ ਕੇ ਜੰਗਲਾਂ ਦੇ ਵਿੱਚ ਤੁਰਿਆ ਫਿਰਿਆ। ਤੜ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਦਰਿਆਵਾਂ ਦੇ ਕੰਢੇ, ਤੀਰਥਾਂ ਦੇ ਕੰਢੇ ਭਟਕਿਆ, ਸਾਰੀ ਉਮਰ ਘਰ ਹੀ ਨਹੀਂ ਵੜਿਆ, ਪਰਿਵਾਰ ਨੂੰ ਛੱਡ ਕੇ ਚਲਾ ਗਿਆ। ਮਹਾਰਾਜ ਕਹਿੰਦੇ ਪਰ ਇੰਨਾ ਕੁਝ ਕਰਕੇ ਵੀ ਦੁਬਦਾ ਛੁਟਕੈ ਨਾਹੀ, ਦੁਬਦਾ ਖਤਮ ਨਹੀਂ ਹੋਈ। ਦੁਬਦਾ ਮੈਨੇ ਦੋ ਵਿਧਾ ਹੋ ਕੇ ਚੱਲਣਾ, ਕਦੇ ਚੰਗੇ ਪਾਸੇ ਕਦੇ ਮਾੜੇ ਪਾਸੇ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਰਾਏ। ਅਤੇ ਮਨ ਦੀ ਕਾਮਨਾ ਦੇ ਮੁਤਾਬਕ ਤੀਰਥਾਂ 'ਤੇ ਜਾ ਕੇ ਰਹਿਣ ਲੱਗ ਪਿਆ। ਕਿਸੇ ਦੇ ਮਨ ਦੀ ਕਾਮਨਾ ਹੁੰਦੀ ਦੁਨੀਆ ਦੀ ਕਿ ਮੈਂ ਫਲਾਣੇ ਤੀਰਥ 'ਤੇ ਜਾ ਕੇ ਸਰੀਰ ਨੂੰ ਤਿਆਗਾਂ, ਜਾਂ ਮੇਰਾ ਉੱਥੇ ਹੀ ਘਰ ਹੋਵੇ, ਮੈਂ ਉੱਥੇ ਹੀ ਰਹਾਂ, ਉੱਥੇ ਹੀ ਸੇਵਾ ਕਰਾਂ। ਅਤੇ ਉੱਥੇ ਜਾ ਕੇ ਫਿਰ ਮਨ ਫਿਰ ਵੀ ਬਦਲਦਾ ਨਹੀਂ। ਆਪਾਂ ਕਈ ਵਾਰ ਦੇਖੋ ਆਪਣੇ ਮਨ ਵਿੱਚ ਆਉਂਦਾ ਵੀ ਆਪਾਂ ਦਰਬਾਰ ਸਾਹਿਬ ਚੱਲੀਏ, ਬੜੀ ਭਾਵਨਾ ਹੁੰਦੀ ਹੈ, ਪਰ ਉੱਥੇ ਜਾ ਕੇ ਮਨ ਹੁਣ ਦਰਬਾਰ ਸਾਹਿਬ ਨਾਲ ਨਹੀਂ ਜੁੜਿਆ, ਉੱਥੇ ਜਾ ਕੇ ਮਨ ਹੋਰ ਪਾਸੇ ਤੁਰ ਪਿਆ। ਮਨ ਦੀ ਕਾਮਨਾ ਸੀ ਵੀ ਜਾਈਏ, ਉੱਥੇ ਜਾਣਾ ਚਾਹੀਦਾ ਹੈ, ਪਰ ਉੱਥੇ ਜਾ ਕੇ ਮਨ ਦਾ ਧਿਆਨ ਨਹੀਂ ਰੱਖਿਆ, ਮਨ ਉੱਥੇ ਜਾ ਕੇ ਹੁਣ ਹੋਰ ਪਾਸੇ ਤੁਰ ਪਿਆ। ਤਾਂ ਪਾਤਸ਼ਾਹ ਜੀ ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਕਰਵਤ ਇਹਦਾ ਜ਼ਿਕਰ ਭਗਤ ਕਬੀਰ ਸਾਹਿਬ ਜੀ ਨੇ ਵੀ ਕੀਤਾ ਹੈ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਮਿਲਤੀ ਮੇਰੀ। ਕਾਂਸੀ ਦੇ ਵਿੱਚ ਕਹਿੰਦੇ ਇੱਕ ਆਰਾ ਸੀ ਸ਼ਿਵ ਜੀ ਭਗਵਾਨ ਦੇ ਸਮੇਂ ਤੋਂ, ਵੀ ਜਿਹਨੇ ਮੁਕਤੀ ਲੈਣੀ ਹੈ ਕਹਿੰਦੇ ਵੀ ਉਹ ਇਹਦੇ ਥੱਲੇ ਆ ਕੇ ਆਪਣੇ ਪ੍ਰਾਣਾਂ ਦੀ ਆਹੂਤੀ ਦੇਵੇ। ਅਤੇ ਲੋਕ ਆਉਂਦੇ ਸਨ ਕਈ ਇਸ ਤਰ੍ਹਾਂ ਦੇ, ਤਾਂ ਉਹ ਸਾਰੇ ਨਾਲ ਉਹਨੂੰ ਵੱਢ ਦਿੱਤਾ ਜਾਂਦਾ ਸੀ, ਦੋ ਹਿੱਸੇ ਕਰ ਦਿੱਤਾ ਜਾਂਦਾ ਸੀ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਕਰਵਤ ਆਰੇ ਨਾਲ ਆਪਣਾ ਸਿਰ ਵਢਾ ਲੈਂਦਾ ਹੈ। ਮਨ ਕੀ ਮੈਲ ਨਾ ਉਤਰੈ, ਇਹ ਵਿਦ ਜੇ ਲਗ ਯਤਨ ਕਰਾਏ। ਸਰੀਰ ਨੂੰ ਆਰੇ ਨਾਲ ਚਰਾਣ ਨਾਲ ਵੀ ਮਨ ਦੀ ਮੈਲ ਤਾਂ ਉਤਰੀ ਨਹੀਂ ਹੈ ਕਿ ਇੱਦਾਂ ਕੋਈ ਮੁਕਤ ਹੋ ਜਾਵੇਗਾ, ਇੱਦਾਂ ਨਹੀਂ ਕੋਈ ਮੁਕਤ ਹੁੰਦਾ। ਮਹਾਰਾਜ ਕਹਿੰਦੇ ਭਾਵੇਂ ਕੋਈ ਲੱਖਾਂ ਹੀ ਯਤਨ ਇਸ ਤਰ੍ਹਾਂ ਦੇ ਕਰ ਲਵੇ, ਸਰੀਰ ਨੂੰ ਕਿੰਨਾ ਵੀ ਕਸ਼ਟ ਦੇਵੇ, ਪਰ ਮਨ ਨੇ ਫਿਰ ਵੀ ਨਿਰਮਲ ਨਹੀਂ ਹੋਣਾ, ਕਿਉਂਕਿ ਮਨ ਨੇ ਨਿਰਮਲ ਹੋਣਾ ਕੇਵਲ ਨਾਮ ਦੇ ਨਾਲ। ਜਿਵੇਂ ਸਾਡਾ ਇਹ ਸਰੀਰ ਨਿਰਮਲ ਹੋਵੇਗਾ, ਸਾਫ਼ ਹੋਵੇਗਾ ਪਾਣੀ ਦੇ ਨਾਲ, ਪਾਣੀ ਤੋਂ ਬਿਨਾਂ ਇਹ ਸਰੀਰ ਪਵਿੱਤਰ ਨਹੀਂ ਹੋ ਸਕਦਾ, ਇਹਦੀ ਮਲੀਨਤਾ ਦੂਰ ਨਹੀਂ ਹੋ ਸਕਦੀ। ਬਾਣੀ ਤੋਂ ਬਿਨਾਂ ਮਨ ਦੀ ਮਲੀਨਤਾ ਦੂਰ ਨਹੀਂ ਹੋਵੇਗੀ। ਜਿੰਨੇ ਮਰਜ਼ੀ ਕੋਈ ਯਤਨ ਕਰ ਲੇ, ਕੋਈ ਪੁੱਠਾ ਲਟਕ ਜੇ, ਕੋਈ ਅੰਨ ਛੱਡ ਦੇਵੇ, ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਜਗ ਮੈਂ ਬਗਤੇ ਦੁੱਧਾ ਧਾਰੀ, ਗੋਤੀ ਖਾਵੈ ਵਟਕਾ ਸਾਰੀ। ਇਸ ਤਰ੍ਹਾਂ ਦੇ ਕਰਮ ਕਰਨ ਨਾਲ ਮਹਾਰਾਜ ਕਹਿੰਦੇ ਮਨ ਨੇ ਨਿਰਮਲ ਨਹੀਂ ਹੋਣਾ। ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਕਣਕ ਆਵਣੀ ਐਵਰ ਗੈਵਰ, ਬੋ ਵਿਦ ਦਾਨ ਦਾ ਤਾਰਾ। ਇੱਕ ਉਹ ਲੋਕ
ਇਹ ਕਿਸ ਤਰ੍ਹਾਂ ਦੇ ਵੀ ਹਨ। ਸੋਨਾ ਦਾਨ ਕਰਦੇ ਨੇ, ਇਸਤਰੀ ਦਾਨ ਕਰਦੇ ਨੇ। ਹਿੰਦੂ ਧਰਮ ਦੇ ਵਿੱਚ ਇਹ ਵੀ ਹੈ ਇੱਕ ਦਾਨ, ਇਸਤਰੀ ਦਾਨ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਨਕ ਕਾਮਣੀ, ਕਾਮਣੀ ਇਸਤਰੀ ਨੂੰ ਕਹਿੰਦੇ ਨੇ। ਹੈਵਰ ਗੈਵਰ, ਹੈਵਰ ਨਾਮ ਘੋੜੇ ਦਾ, ਗੈਵਰ ਨਾਮ ਹਾਥੀ ਦਾ ਹੈ। ਇਸ ਤਰ੍ਹਾਂ ਦੇ ਬੜੇ ਵਿਧੀਆਂ ਦੁਆਰਾ ਦਾਨ, ਕਨਕ ਕਾਮਣੀ ਹੈਵਰ ਗੈਵਰ ਬਹੁ ਵਿਧ ਦਾਨ ਦਾਤਾਰਾ, ਬਹੁਤ ਤਰ੍ਹਾਂ ਦੇ ਦਾਨ ਇਸ ਤਰ੍ਹਾਂ ਦੇ। ਅੰਨ ਵਸਤਰ ਭੂੰਬੋ ਅਰਪੇ ਨਹਿ ਮਿਲੀਏ ਹਰ ਦੁਆਰਾ। ਕਿਸੇ ਨੇ ਅੰਨ ਦਾ ਦਾਨ ਕੀਤਾ, ਵਸਤਰਾਂ ਦਾ, ਭੂਮੀ ਦਾ, ਪਰ ਰੱਬ ਨਹੀਂ ਮਿਲਿਆ ਇਹਨਾਂ ਕਰਮਾਂ ਦੇ ਨਾਲ। ਪੂਜਾ ਅਰਚਾ ਬੰਧਨ ਡੰਡੋਤ ਖਟ ਕਰਮਾ ਰਤ ਰਹਿਤਾ। ਫਿਰ ਪੂਜਾ ਕਰਨੀ, ਅਰਚਨਾ ਕਰਨੀ, ਡੰਡੋਤ ਬੰਦਨਾ ਕਰਨੀ। ਮੰਦਰਾਂ ਦੇ ਵਿੱਚ ਜਿਵੇਂ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ, ਮਹਾਰਾਜ ਕਹਿੰਦੇ 6 ਤਰ੍ਹਾਂ ਦੇ ਜਿਹੜੇ ਸ਼ਾਸਤਰ ਦੇ ਦੱਸੇ ਹੋਏ ਕਰਮ ਨੇ ਉਹ ਵੀ ਕੀਤੇ। ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਐ ਇਹ ਜੁਗਤਾ। ਸਗੋਂ ਇੱਦਾਂ ਦੇ ਕਰਮ ਕਰਕੇ ਹੋਰ ਹੋਮੈ ਹੋ ਗਈ ਵੀ ਮੈਂ ਤਾਂ ਇੱਦਾਂ ਇਹ ਕਰਮ ਕੀਤੇ ਨੇ, ਇਹ ਕਰਮ ਕੀਤੇ ਨੇ, ਹੋਰ ਬੰਧਨ ਵਿੱਚ ਪੈ ਗਿਆ। ਰੱਬ ਦੀ ਪ੍ਰਾਪਤੀ ਨਹੀਂ ਹੋਈ, ਇਸ ਜੁਗਤੀ ਨਾਲ ਵੀ ਰੱਬ ਨਹੀਂ ਮਿਲਦਾ। ਮਹਾਰਾਜ ਕਹਿੰਦੇ ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਿਹਾ। ਜਿਹੜੇ ਜੋਗੀਆਂ ਦੇ ਪ੍ਰਮੁੱਖ 84 ਆਸਣ ਹਨ। ਵੈਸੇ ਤੇ ਆਸਣ ਬਹੁਤ ਨੇ, ਪਰ ਉਹਨਾਂ ਵਿੱਚੋਂ ਜੋਗੀਆਂ ਨੇ ਵੇਖਿਆ ਵੀ ਆਉਣ ਵਾਲੇ ਸਮੇਂ ਅੰਦਰ ਇੰਨਾ ਲੋਕ ਨਹੀਂ ਕਰ ਸਕਣਗੇ, ਤਾਂ ਉਹਨਾਂ ਨੇ 84 ਆਸਣ ਮੁੱਖ ਦੱਸੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਿਹਾ। ਕਿਸੇ ਨੇ ਸਾਰੇ ਸਿੱਖ ਲਏ ਤੇ ਇਸ ਤਰ੍ਹਾਂ ਦੇ ਆਸਣ ਵੀ ਕਰ ਲਏ। ਵੱਡੀ ਆਰਜਾ ਫਿਰ ਜਨਮੈ ਅਰਸੋਂ ਸੰਗ ਨਾ ਗਿਆ। ਅਤੇ ਯੋਗ ਸਾਧਨਾ ਦੁਆਰਾ ਆਪਣੀ ਆਰਜਾ ਵੱਡੀ ਕਰ ਲਈ, ਉਮਰ ਵੱਡੀ ਕਰ ਲਈ, ਤੇ ਫਿਰ ਆਖਰ ਮਰਨਾ ਤਾਂ ਪੈਂਦਾ ਇੱਕ ਦਿਨ, ਭਾਵੇਂ ਕੋਈ ਕਿੰਨੀ ਲੰਮੀ ਉਮਰ ਦਾ ਹੋ ਜਾਵੇ। ਜੇਕਰ ਸੱਚਾ ਗੁਰੂ ਨਾ ਮਿਲਿਆ ਇਹ ਜੋਗੀ ਵੀ ਭਟਕਦਾ ਰਹੇਗਾ। ਭਾਵੇਂ ਕਿੰਨੀ ਲੰਮੀ ਉਮਰ ਹੋ ਗਈ, ਰੱਬ ਦਾ ਸੰਗ ਪ੍ਰਾਪਤ ਨਾ ਹੋਇਆ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਪਾਰ। ਤੇ ਕਈ ਐਸੇ ਨੇ ਮਹਾਰਾਜ ਕਹਿੰਦੇ ਉਹ ਪਦਾਰਥਾਂ ਵਿੱਚ ਹੀ ਗਰਕ ਹੋ ਗਏ। ਕਈ ਤਾਂ ਇਹਨਾਂ ਕਰਮ ਕਾਂਡਾਂ ਵਿੱਚ ਉਲਝ ਗਏ। ਬਹੁਤੀ ਦੁਨੀਆ ਕਰਮ ਕਾਂਡਾਂ ਵਿੱਚ ਉਲਝ ਗਈ, ਤੇ ਕੁਝ ਦੁਨੀਆ ਦੇ ਪਦਾਰਥਾਂ ਵਿੱਚ ਰਾਜ ਲੀਲਾ, ਰਾਜਿਆਂ ਵਾਲੀ ਲੀਲਾ ਵਿੱਚ ਪਦਾਰਥ ਭੋਗਣੇ, ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਤੇ ਆਫਰਿਆ ਹੋਇਆਂ ਨੇ ਹੁਕਮ ਕਰਨਾ ਦੁਨੀਆ 'ਤੇ ਵੀ ਮੈਂ ਬੜੀ ਸੱਤਾ ਦਾ ਮਾਲਕ ਹਾਂ, ਮਨ ਮਰਜ਼ੀਆਂ ਕਰਨੀਆਂ। ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਸੋਹਣੀਆਂ ਸੇਜਾਂ 'ਤੇ ਸੋਣਾ, ਵਾਪਰ ਇਸਤਰੀਆਂ ਦਾ ਸੰਗ ਕਰਨਾ। ਅਤੇ ਮਹਾਰਾਜ ਕਹਿੰਦੇ ਇਹ ਚੰਦਨ ਆਦਿਕ ਲਾਣਾ ਇਹ ਘੋਰ ਨਰਕਾਂ ਦਾ ਦਰਵਾਜ਼ਾ ਜੀਵ ਅਤੇ ਖੁੱਲ੍ਹ ਜਾਂਦਾ ਹੈ। ਕਿਉਂਕਿ ਜਦੋਂ ਜੀਵ ਪਦਾਰਥ ਵਿੱਚ ਖਚਤ ਹੁੰਦਾ ਤਾਂ ਵਿਸ਼ੇ ਵਿਕਾਰਾਂ ਦੁਨੀਆ ਦੇ ਮਾੜੇ ਕਰਮਾਂ ਵਿੱਚ ਪ੍ਰਵਿਰਤ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਜਿਹੜੇ ਲੋਕ ਨੇ ਫਿਰ ਘੋਰ ਨਰਕਾਂ ਵਿੱਚ ਜਾ ਕੇ ਡਿੱਗਦੇ ਨੇ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ। ਇਹ ਜਿੰਨੇ ਵੀ ਉੱਤੇ ਧਾਰਮਿਕ ਕਰਮ ਦੱਸੇ ਨੇ, ਇਹਨਾਂ ਵਿੱਚੋਂ ਸਾਰਿਆਂ ਨਾਲੋਂ ਸ੍ਰੇਸ਼ਟ ਕਰਮ ਕਿਹੜਾ ਹੈ? ਵਾਹਿਗੁਰੂ ਦੀ ਕੀਰਤੀ ਕਰਨੀ, ਗੁਰੂ ਦੀ ਸੰਗਤ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਜਪਣਾ। ਮਹਾਰਾਜ ਕਹਿੰਦੇ ਕਹੋ ਨਾਨਕ ਜਿਸ ਭਇਓ ਪ੍ਰਾਪਤ ਜਿਸ ਪੂਰਬ ਲਿਖੇ ਕਾ ਲੈਣਾ। ਇਹ ਪ੍ਰਾਪਤ ਉਹਨੂੰ ਹੁੰਦਾ ਜਿਹਦੇ ਪੂਰਬਲੇ ਚੰਗੇ ਕਰਮ ਨੇ, ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ। ਤੇਰੋ ਸੇਵਕੇ ਰੰਗ ਮਾਤਾ, ਹੇ ਮਾਲਕ ਤੂੰ ਕਿਰਪਾ ਕੀਤੀ, ਮੈਂ ਤੇਰਾ ਸੇਵਕ ਸੰਗਤ ਦੇ ਵਿੱਚ ਨਾਮ ਰੰਗ ਦੇ ਵਿੱਚ ਮਸਤ ਹੋਇਆ ਹਾਂ। ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। ਹੇ ਵਾਹਿਗੁਰੂ ਤੂੰ ਕਿਰਪਾ ਕੀਤੀ ਹੈ ਇਸ ਦੀਨ ਦੇ ਉੱਪਰ, ਦੁੱਖਾਂ ਨੂੰ ਨਾਸ਼ ਕਰਨ ਵਾਲੇ, ਦੀਨਾਂ ਦੇ ਦੁੱਖਾਂ ਦੀ ਨਿਵਰਤੀ ਕਰਨ ਵਾਲੇ ਵਾਹਿਗੁਰੂ ਤੂੰ ਕਿਰਪਾ ਕੀਤੀ, ਮੈਨੂੰ ਆਪਣੀ ਕੀਰਤੀ ਦਿੱਤੀ ਹੈ, ਮੈਨੂੰ ਸਿਫਤ ਸਲਾਹ ਕਰਨ ਦੀ ਦਾਤ ਬਖਸ਼ੀ ਹੈ। ਮੇਰਾ ਮਨ ਤੇਰੀ ਬੰਦਗੀ ਵਿੱਚ ਰਤਾ ਹੈ, ਤੂੰ ਬਖਸ਼ਿਸ਼ ਕੀਤੀ, ਨਹੀਂ ਤੇ ਮੈਂ ਵੀ ਪਤਾ ਨਹੀਂ ਕਿਹੜੇ ਕਰਮ ਕਾਂਡਾਂ ਵਿੱਚ ਉਲਝਿਆ ਫਿਰਨਾ ਸੀ। ਰਹਾਓ ਦੂਜਾ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਈਏ, ਗੁਰੂ ਵਾਲੇ ਬਣ ਕੇ ਬਾਣੀ ਪੜ੍ਹੀਏ, ਨਾਮ ਜਪੀਏ।
ਸਤਿਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਣ, ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।